ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਜੀ ਦੇ ਪਾਸੋਂ ਆਪ ਸਰਬੱਤ ਸੰਗਤ ਨੇ ਪਾਵਨ ਬਾਣੀ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ। ਤੇ ਆਓ ਸਾਧ ਸੰਗਤ, ਅਸੀਂ ਸਾਰੇ ਹੀ ਆਦਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰੂ ਹਜ਼ੂਰੀ 'ਚ ਜੁੜ ਬੈਠੇ ਹਾਂ। ਤੇ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੈ, ਇਸ ਨਾਮ ਦੇ ਵਿੱਚ ਬੜੀਆਂ ਨਿਆਮਤਾਂ ਨੇ, ਬੜੀਆਂ ਬਰਕਤਾਂ ਨੇ। ਜਦੋਂ ਵਿਦਵਾਨਾਂ ਨੇ ਸਤਿਗੁਰਾਂ ਦੇ ਇਸ ਪਾਵਨ ਨਾਮ ਦੇ ਅਰਥ ਕੀਤੇ ਤੇ ਸਮਝ ਦੇ ਵਿੱਚ ਆਈ ਕਿ ਗੁਰੂ ਨਾਨਕ ਸਾਹਿਬ ਆਪ ਤਾਂ ਖੁਦ ਪਾਰ ਬ੍ਰਹਮ ਰੂਪ ਹਨ, ਪਰ ਉਹਨਾਂ ਦੇ ਨਾਮ ਦੇ ਵਿੱਚ ਵੀ ਬੜੀਆਂ ਬਰਕਤਾਂ ਛੁਪੀਆਂ ਹੋਈਆਂ ਨੇ। ਸੋ ਮਨ 'ਚ ਆਇਆ ਕਿ ਜ਼ਰੂਰ ਆਪ ਸਰਬੱਤ ਸੰਗਤ ਦੇ ਨਾਲ ਸਤਿਗੁਰਾਂ ਦੇ ਪਾਵਨ ਨਾਮ ਦੇ ਸੰਬੰਧ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰ ਸਕਾਂ। ਸੋ ਆਓ ਸਾਧ ਸੰਗਤ, ਗੁਰੂ ਚਰਨਾਂ ਦੇ ਵਿੱਚ ਝੁਕਾਈਏ ਸੀਸ। ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਅਪ੍ਰੈਲ 1469 1469 ਰਾਏ ਭੋਏ ਦੀ ਤਲਵੰਡੀ, ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਜਦੋਂ ਸਤਿਗੁਰੂ ਜੀ 9 ਦਿਨਾਂ ਦੇ ਹੋਏ, ਦੇਖੋ ਜਦੋਂ ਆਮ ਸੰਸਾਰਿਕ ਤੌਰ ਤੇ ਕਿਸੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤੇ ਬੱਚਾ ਜਨਮ ਤੋਂ ਬਾਅਦ ਰੋਂਦਾ ਹੈ। ਇਸ ਪੂਰੇ ਸੰਸਾਰ ਦੇ ਇਤਿਹਾਸ ਦੇ ਵਿੱਚ ਪੜ੍ਹ ਕੇ ਦੇਖੀਏ ਆਪਾਂ ਤੇ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਐਸੀ ਅਜ਼ੀਮ ਸ਼ਖਸੀਅਤ ਹੋਏ ਨੇ ਜਿਹੜੇ ਜਨਮ ਤੋਂ ਬਾਅਦ ਰੋਏ ਨਹੀਂ, ਸਗੋਂ ਮੁਸਕਰਾਏ। ਦਾਈ ਦੌਲਤਾਂ ਨੇ ਜਦੋਂ ਸਤਿਗੁਰਾਂ ਦੇ ਦੀਦਾਰ ਕੀਤੇ ਤੇ ਉਹ ਵੀ ਕਹਿ ਉੱਠੀ ਕਿ ਇਹ ਕੋਈ ਆਮ ਸਧਾਰਨ ਪੁਰਸ਼ ਨਹੀਂ ਹੈ, ਇਹ ਤਾਂ ਇਸ ਤਰ੍ਹਾਂ ਮਿਲਿਆ ਹੈ ਜਿਸ ਤਰ੍ਹਾਂ ਇੱਕ ਬੜਾ ਹੀ ਸਿਆਣਾ, ਬੜਾ ਹੀ ਬਜ਼ੁਰਗ, ਬੜੇ ਪਿਆਰ ਦੇ ਨਾਲ ਮਿਲਦਾ ਹੈ। ਦਾਈ ਦੌਲਤਾਂ ਸਤਿਗੁਰਾਂ ਦੇ ਦੀਦਾਰ ਕਰਕੇ ਨਿਹਾਲ ਹੁੰਦੀ ਹੈ। ਅੱਜ ਗੁਰੂ ਨਾਨਕ ਸਾਹਿਬ 9 ਦਿਨਾਂ ਦੇ ਹੋਏ ਤੇ ਪਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਘਰ ਦੇ ਵਿੱਚ ਬੁਲਾਇਆ ਹੈ। ਇਹ ਉਹੀ ਪੰਡਿਤ ਨੇ ਜਿਨ੍ਹਾਂ ਨੇ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰਾਂ ਨੂੰ ਜਨੇਊ ਪਹਿਨਾਉਣ ਦੇ ਬਾਰੇ ਕਿਹਾ, ਜਾਂ ਜਨੇਊ ਪਹਿਨਾਉਣ ਦੀ ਰਸਮ ਅਦਾ ਕਰਨ ਦੇ ਲਈ ਜਿਨ੍ਹਾਂ ਨੂੰ ਘਰ ਦੇ ਵਿੱਚ ਬੁਲਾਇਆ ਗਿਆ, ਉਹ ਇਹੀ ਹਰਦਿਆਲ ਪੰਡਿਤ ਨੇ। ਆਏ ਨੇ ਘਰ ਦੇ ਵਿੱਚ ਪੰਡਿਤ ਜੀ ਤੇ ਪਿਤਾ ਕਾਲੂ ਜੀ ਕਹਿੰਦੇ ਨੇ ਕਿ ਇਹਨਾਂ ਦਾ ਨਾਮ ਰੱਖਣਾ ਹੈ।
ਬਾਲਕ ਦਾ, ਬੱਚੇ ਦਾ ਨਾਮ ਰੱਖਣਾ ਹੈ, ਤੇ ਹਰਦਿਆਲ ਜੀ ਨੂੰ ਕਿਹਾ ਗਿਆ, ਪੰਡਤ ਜੀ ਨੂੰ, ਕਿ ਪੰਡਤ ਜੀ ਤੁਸੀਂ ਦੇਖੋ ਬੱਚੇ ਦਾ ਨਾਮ ਕੀ ਹੋਣਾ ਚਾਹੀਦਾ ਹੈ। ਪੰਡਤ ਹਰਦਿਆਲ ਜੀ ਨੇ ਕਾਫੀ ਵਿਚਾਰ ਤੋਂ ਬਾਅਦ ਆਪਣੇ ਕੋਲ ਉਹਨਾਂ ਦੇ ਜਿਹੜੇ ਧਾਰਮਿਕ ਕੁਝ ਗ੍ਰੰਥ ਸੀ ਜਾਂ ਪੱਤਰੀਆਂ ਵਗੈਰਾ ਸੀ, ਉਹਨਾਂ ਨੂੰ ਵਾਚਣ ਤੋਂ ਬਾਅਦ ਪਿਤਾ ਕਾਲੂ ਜੀ ਨੂੰ ਕਿਹਾ ਕਿ ਇਸ ਬੱਚੇ ਦਾ ਨਾਮ ਨਾਨਕ ਹੋਏਗਾ। ਜਦੋਂ ਨਾਮ ਨਾਨਕ ਪਿਤਾ ਕਾਲੂ ਜੀ ਨੇ ਸੁਣਿਆ ਤੇ ਕਾਲੂ ਜੀ ਨੇ ਕਿਹਾ ਫਿਰ ਪੰਡਤ ਜੀ ਨੂੰ, ਕਹਿਣ ਲੱਗੇ ਪੰਡਤ ਜੀ ਇਹ ਕੈਸਾ ਨਾਮ ਤੁਸੀਂ ਰੱਖਿਆ ਹੈ, ਨਾ ਇਹ ਲੱਗਦਾ ਹੈ ਕਿ ਕਿਸੇ ਹਿੰਦੂ ਦਾ ਹੈ ਨਾ ਇਹ ਮੁਸਲਮਾਨ ਦਾ, ਇਹ ਕੈਸਾ ਨਾਮ ਹੈ। ਬਾਲਕ ਹਿੰਦੂ ਤੇ ਮੁਸਲਮਾਨਾਂ ਨੂੰ ਇੱਕ ਕਰਨ ਵਾਸਤੇ ਆਇਆ ਹੈ। ਇਹ ਬਾਲਕ ਹਿੰਦੂ ਅਤੇ ਮੁਸਲਮਾਨਾਂ ਨੂੰ ਉਸ ਇੱਕ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਇਆ ਹੈ, ਜਿਸ ਪਰਮਾਤਮਾ ਦੀ ਆਪਣੀ ਜਾਤ ਕੋਈ ਨਹੀਂ। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਨਾ ਹਿੰਦੂ ਹੈ ਤੇ ਨਾ ਮੁਸਲਮਾਨ, ਉਸ ਇੱਕ ਪਰਮਾਤਮਾ ਦੇ ਨਾਲ ਇਸ ਬੱਚੇ ਨੇ ਹਰ ਇੱਕ ਮਨੁੱਖਤਾ ਨੂੰ, ਹਰ ਇੱਕ ਇਨਸਾਨ ਨੂੰ ਜੋੜਨਾ ਹੈ। ਇਸ ਕਰਕੇ ਇਹਨਾਂ ਦਾ ਨਾਮ ਨਾਨਕ ਹੈ। ਤੇ ਸਾਧ ਸੰਗਤ, ਜਦੋਂ ਵਿਦਵਾਨਾਂ ਨੂੰ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਅਰਥ ਕੀਤੇ ਨੇ। ਇੱਕ ਸਿੱਖ ਕੌਮ ਦੇ ਵਿੱਚ ਬੜੇ ਮਹਾਨ ਵਿਦਵਾਨ ਹੋਏ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਾਰੀ ਹਿਸਟਰੀ ਨੂੰ ਕਾਵ ਰੂਪ ਦੇ ਵਿੱਚ ਲਿਖਿਆ। ਕਾਵ ਰੂਪ ਮਤਲਬ ਪੋਇਟਰੀ ਦੇ ਰੂਪ ਦੇ ਵਿੱਚ ਲਿਖਿਆ ਹੈ। ਉਹਨਾਂ ਦਾ ਨਾਮ ਹੈ ਜੀ ਚੂੜਾਮਣੀ ਕਵੀ ਸੰਤੋਖ ਸਿੰਘ ਜੀ। ਉਹਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਗੁਰੂ ਨਾਨਕ ਸਾਹਿਬ ਦੇ ਅਰਥ ਕੀਤੇ। ਭਾਈ ਵੀਰ ਸਿੰਘ ਜੀ ਨੇ ਜਦੋਂ ਨਾਨਕ ਪ੍ਰਕਾਸ਼ ਨੂੰ ਟਰਾਂਸਲੇਟ ਕਰਨਾ ਸ਼ੁਰੂ ਕੀਤਾ ਤੇ ਭਾਈ ਵੀਰ ਸਿੰਘ ਜੀ ਨੇ ਵੀ ਕਵੀ ਸੰਤੋਖ ਸਿੰਘ ਜੀ ਦੇ ਵਾਂਗ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਰਥ ਕੀਤੇ ਨਾਮ ਦੇ। ਹੁਣ ਜਦੋਂ ਆਪਾਂ ਗੁਰਮੁਖੀ ਦੇ ਵਿੱਚ ਨਾਨਕ ਲਿਖਦੇ ਹਾਂ ਗੁਰੂ ਨਾਨਕ ਸਾਹਿਬ ਦਾ ਨਾਮ, ਤੇ ਕੀ ਹੈ ਜੀ? ਨੰਨਾ, ਕੰਨਾ, ਨੰਨਾ ਤੇ ਕੱਕਾ, ਤਿੰਨ ਲੈਟਰਸ ਨੇ, ਇੱਕ ਵਿੱਚ ਮਾਤਰਾ ਹੈ ਕੰਨੇ ਵਾਲੀ। ਇੰਗਲਿਸ਼ ਦੇ ਵਿੱਚ ਲਿਖਾਂਗੇ ਤੇ NANAK। ਹੁਣ ਜਦੋਂ ਭਾਈ ਸੰਤੋਖ ਸਿੰਘ ਜੀ ਨੇ ਤੇ ਭਾਈ ਵੀਰ ਸਿੰਘ ਜੀ ਨੇ ਅਰਥ ਕੀਤੇ ਤੇ ਉਹ ਕਹਿ ਰਹੇ ਨੇ, ਕਹਿੰਦੇ ਜਿਹੜਾ ਪਹਿਲਾ ਨੰਨਾ ਹੈ ਨਾ, ਫਸਟ ਜਿਹੜੀ N ਹੈ, ਇਹਦਾ ਮਤਲਬ ਹੈ ਨਹੀਂ, ਨੋ, ਨੋਟ। ਤੇ ਜਿਹੜਾ ਵਿਚਕਾਰ ਕੰਨਾ ਹੈ, ਮਾਤਰਾ ਲੱਗੀ ਹੋਈ ਹੈ, ਪਲੱਸ ਅਗਲਾ ਨੰਨਾ, ਜਿਹੜਾ ਕੰਨਾ ਹੈ ਨਾ, ਉਹ ਸਾਊਂਡ ਦਿੰਦਾ ਹੈ ਐੜੇ ਦੀ। ਇੰਗਲਿਸ਼ ਦੇ ਵਿੱਚ ਤੁਸੀਂ ਲਿਖਦੇ ਹੋ A ਤੇ N ਬਣ ਜਾਂਦਾ ਹੈ। ਫਸਟ ਜਿਹੜੀ N ਹੈ ਉਹਦਾ ਮਤਲਬ ਹੈ ਨਹੀਂ, ਅੱਗੇ ਜਿਹੜੀ A ਤੇ N ਹੈ ਉਹ ਬਣ ਗਈ ਅਨ, ਤੇ ਉਸ ਤੋਂ ਅੱਗੇ ਫਿਰ ਬਣ ਜਾਂਦਾ ਜੀ ਅਕ। A ਤੇ K ਫਿਰ ਜੁਆਇਨ ਜਦੋਂ ਆਪਾਂ ਕਰਦੇ ਹਾਂ ਉਹ ਬਣ ਜਾਂਦਾ ਹੈ ਅਕ, ਅਨ, ਅਕ। ਤੇ ਭਾਈ ਸੰਤੋਖ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਅਨ ਦਾ ਮਤਲਬ ਹੈ ਦੁੱਖ, ਅਕ ਦਾ ਮਤਲਬ ਹੈ ਜਿਹੜਾ ਇਹਨਾਂ ਦੁੱਖਾਂ ਤੋਂ ਪਰੇ ਹੈ, ਐਨ ਦਾ ਮਤਲਬ ਹੈ ਨਹੀਂ, ਅਨ ਦਾ ਮਤਲਬ ਹੋ ਗਿਆ ਜੀ ਉਹ ਪੁਰਖ ਜਿਹੜਾ ਦੁੱਖਾਂ ਤੋਂ ਪਰੇ ਹੈ, ਜਿਹਦੇ ਜੀਵਨ ਦੇ ਵਿੱਚ ਦੁੱਖ ਲੇਸ ਮਾਤਰ ਵੀ ਨਹੀਂ, ਥੋੜੇ ਜਿੰਨੇ ਵੀ ਦੁੱਖ ਉਸ ਦੇ ਜੀਵਨ ਦੇ ਵਿੱਚ ਨਹੀਂ। ਵਿਦਵਾਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਅਰਥ ਕੀਤੇ। ਪਰ ਜਦੋਂ ਭਾਈ ਨੰਦ ਲਾਲ ਜੀ ਨੂੰ ਪੜ੍ਹੀਏ, ਭਾਈ ਨੰਦ ਲਾਲ ਜੀ ਨੇ ਅਰਥ ਕਰਦਿਆਂ ਹੋਇਆਂ ਬੜੀਆਂ ਕਮਾਲ ਦੀਆਂ ਗੱਲਾਂ ਕਹੀਆਂ ਗੁਰੂ ਨਾਨਕ ਸਾਹਿਬ ਵਾਸਤੇ। ਉਹਨਾਂ ਨੇ ਪਤਾ ਕੀ ਕਿਹਾ? ਕਹਿੰਦੇ ਹਰ ਦੋ ਨੂਨੇ ਨਾਮੇ ਪਾਕਿਸ਼ ਨਾਈਮੋ ਨਸੀਰ ਅਲਫ ਮਿਆਨਾ ਅਹਿਦ ਕਾਫੇ ਆਖਰੀ ਕਬੀਰ। ਉਹਨਾਂ ਦੀ ਇਹ ਫਾਰਸੀ ਰਚਨਾ ਹੈ ਜੀ, ਪਰਸ਼ੀਅਨ ਉਹਨਾਂ ਦੀ ਰਚਨਾ ਹੈ, ਰਾਈਟਿੰਗ ਹੈ, ਤਸੀਫੋ ਸਨਾ। ਉਹਦੇ ਵਿੱਚ ਭਾਈ ਸਾਹਿਬ ਜੀ ਨੇ ਇਹ ਅਰਥ ਕੀਤੇ ਨੇ, ਹਰ ਦੋ ਨੂਨੇ। ਹਰ ਦੋ ਨੂਨੇ ਦਾ ਮਤਲਬ ਹੈ, ਦੋ ਨੂਨੇ ਮੀਨਸ ਦੋ ਨੰਨੇ, ਜਿਹੜੇ ਪੰਜਾਬੀ ਦੇ ਦੋ ਲੈਟਰ ਨੇ ਨੰਨੇ, ਉਹ ਹਰ ਦੋ ਨੂਨੇ ਨਾਮੇ ਪਾਕਿਸ਼ ਨਾਈਮੋ ਨਸੀਰ। ਜਿਹੜਾ ਪਹਿਲਾ ਨੰਨਾ ਹੈ ਉਹਦਾ ਮਤਲਬ ਭਾਈ ਨੰਦ ਲਾਲ ਜੀ ਕਰਦੇ ਨੇ ਨਾਈਮੋ। ਨਾਈਮੋ ਦਾ ਮਤਲਬ ਹੁੰਦਾ ਹੈ ਨਿਆਮਤਾਂ ਵੰਡਣ ਵਾਲਾ। ਨਾਈਮੋ ਦਾ ਮਤਲਬ ਹੈ ਨਿਆਮਤਾਂ ਵੰਡਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ। ਜਿਹੜਾ ਦੂਜਾ ਨੰਨਾ ਹੈ ਉਹਦਾ ਅਰਥ ਹੁੰਦਾ ਹੈ ਨਸੀਰ। ਨਸੀਰ ਦਾ ਮਤਲਬ ਹੈ ਮਦਦਗਾਰ, ਹੈਲਪ ਕਰਨ ਵਾਲਾ, ਹੈਲਪਫੁਲ। ਤੇ ਜਿਹੜਾ ਵਿੱਚ ਕੰਨਾ ਲੱਗਾ ਹੈ ਨਾ, ਅਲਫ ਮਿਆਨੇ ਅਹਦ, ਅਲਫ ਦਾ ਮਤਲਬ ਹੁੰਦਾ ਹੈ ਕੰਨਾ, ਜਿਹੜੀ ਮਾਤਰਾ ਵਿੱਚ ਲੱਗੀ ਹੋਈ ਹੈ। ਇਹਦਾ ਮਤਲਬ ਹੈ ਕਹਿੰਦੇ ਇੱਕ,
ਤੇ ਜਿਹੜਾ ਲਾਸਟ ਤੇ ਕੱਕਾ ਆ ਜਾਂਦਾ ਨਾ, ਕਾਫੇ, ਕਾਫੇ ਦਾ ਮਤਲਬ ਹੈ ਕੱਕਾ, ਕਾਫੇ ਆਖਰੀ ਕਬੀਰ। ਕੱਕਾ ਕੀ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਕਬੀਰ ਨੇ। ਕਬੀਰ ਦਾ ਮਤਲਬ ਸਾਧ ਸੰਗਤ ਹੁੰਦਾ ਹੈ ਵੱਡਾ। ਕਬੀਰ ਦਾ ਮਤਲਬ ਇੱਥੇ ਭਗਤ ਕਬੀਰ ਤੋਂ ਨਾ ਲੈ ਲਿਓ, ਕਬੀਰ ਦਾ ਜਿਹੜਾ ਵਰਡ ਮੀਨਿੰਗ ਹੈ ਉਹ ਹੁੰਦਾ ਹੈ ਵੱਡਾ। ਤੇ ਜਦੋਂ ਹੁਣ ਇਸ ਕੱਲੇ ਕੱਲੇ ਅੱਖਰ ਦੇ ਆਪਾਂ ਅਰਥ ਕਰਕੇ ਦੇਖੀਏ, ਭਾਈ ਨੰਦ ਲਾਲ ਜੀ ਕਹਿੰਦੇ ਹਰ ਦੋ ਨੂਨੇ ਨਾਮੇ ਪਾਕਿਸ਼ ਨਈਮੋ। ਨਈਮੋ ਦਾ ਮਤਲਬ ਹੈ ਜੀ ਨਿਆਮਤਾਂ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹੀਏ, ਬਾਣੀ ਨੂੰ ਪੜ੍ਹੀਏ, ਤੇ ਪਤਾ ਲੱਗਦਾ ਹੈ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਇਤਨੀਆਂ ਰਹਿਮਤਾਂ, ਇਤਨੀਆਂ ਬਖਸ਼ਿਸ਼ਾਂ ਵਰਤਾਈਆਂ ਨੇ ਇਸ ਪੂਰੇ ਸੰਸਾਰ ਦੇ ਵਿੱਚ, ਜਿਨ੍ਹਾਂ ਨਿਆਮਤਾਂ ਦਾ, ਜਿਨ੍ਹਾਂ ਬਖਸ਼ਿਸ਼ਾਂ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਹੁਣ ਕਿਤੇ ਇਤਿਹਾਸ ਵੱਲ ਝਾਤ ਮਾਰੋ, ਆਪਣੀ ਸੁਰਤ ਨੂੰ ਨਾ ਤੁਸੀਂ ਲੈ ਕੇ ਜਾਓ ਤੁਲੰਬੇ ਦੀ ਧਰਤੀ ਤੇ। ਲਾਹੌਰ ਦੇ ਕੋਲੇ ਇੱਕ ਸ਼ਹਿਰ ਹੈ ਤੁਲੰਬਾ। ਇਹ ਘਟਨਾ ਤੁਸੀਂ ਅਨੇਕਾਂ ਵਾਰ ਸੁਣੀ ਹੋਏਗੀ, ਮੈਨੂੰ ਪਤਾ ਹੈ, ਤੁਹਾਨੂੰ ਯਾਦ ਵੀ ਹੈ। ਪਰ ਮੈਂ ਜਿਹੜੀ ਗੱਲ ਕਰਨੀ ਹੈ, ਭਾਈ ਨੰਦ ਲਾਲ ਜੀ ਕਹਿੰਦੇ ਪਹਿਲਾ ਨੰਨਾ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨਿਆਮਤਾਂ ਦੇਣ ਵਾਲੇ ਨੇ, ਬਖਸ਼ਿਸ਼ਾਂ ਕਰਨ ਵਾਲੇ ਨੇ। ਤੇ ਕੈਸੀਆਂ ਬਖਸ਼ਿਸ਼ਾਂ ਕਰਦੇ ਨੇ, ਕਿੰਨਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਧਿਆਨ ਦਿਓ, ਕਿਤੇ ਤੁਲੰਬੇ ਦੀ ਧਰਤੀ ਆਈ, ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੇ ਨਾਲ 2-3 ਦਿਨਾਂ ਤੋਂ ਲਗਾਤਾਰ ਸਫ਼ਰ ਦੇ ਵਿੱਚ ਨੇ। ਕਿਸੇ ਪਿੰਡ ਦੇ ਵਿੱਚ ਰੁਕਦੇ ਨੇ, ਉੱਥੇ ਕੁਝ ਸਮਾਂ ਰੁਕ ਕੇ ਅੱਗੇ ਚੱਲਦੇ ਨੇ। 3-4 ਦਿਨਾਂ ਦੇ ਸਫ਼ਰ ਤੋਂ ਬਾਅਦ ਅੱਜ ਗੁਰੂ ਨਾਨਕ ਸਾਹਿਬ ਪਹੁੰਚੇ ਤੁਲੰਬੇ ਦੀ ਧਰਤੀ ਦੇ ਉੱਤੇ। ਤੇ ਜਦੋਂ ਤੁਲੰਬੇ ਪਹੁੰਚੇ, ਪਿੰਡ ਤੋਂ ਬਾਹਰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਰੁਕੇ। ਤੇ ਰੁਕ ਕੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ, ਮਰਦਾਨਿਆਂ, ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਤੇ ਇੱਕ ਐਸੇ ਇਨਸਾਨ ਨੂੰ ਉਸ ਸੱਚ ਦੇ ਨਾਲ ਜੋੜਨਾ ਹੈ, ਜਿਸ ਇਨਸਾਨ ਨੇ ਪਹਿਰਾਵਾ ਤਾਂ ਜ਼ਰੂਰ ਧਰਮੀਆਂ ਵਾਲਾ ਪਹਿਨਿਆ ਹੋਇਆ ਹੈ, ਪਰ ਧਰਮ ਨਾਂ ਦੀ ਚੀਜ਼ ਉਹਦੇ ਜੀਵਨ ਦੇ ਵਿੱਚੋਂ ਨਜ਼ਰ ਕੋਈ ਨਹੀਂ ਆਉਂਦੀ। ਇੱਕ ਐਸੇ ਇਨਸਾਨ ਨੂੰ ਸ਼ੀਸ਼ਾ ਦਿਖਾ ਕੇ ਸੱਚ ਦਾ ਧਾਰਨੀ ਬਣਾਉਣਾ ਹੈ, ਜਿਸ ਨੇ ਧਾਰਮਿਕ ਲਿਬਾਸ ਨੂੰ, ਧਾਰਮਿਕ ਪਹਿਰਾਵੇ ਨੂੰ ਇਸ ਕਰਕੇ ਪਹਿਨਿਆ ਹੋਇਆ ਹੈ ਤਾਂ ਕਿ ਉਹ ਝੂਠ ਦੀ ਕਾਰਗੁਜ਼ਾਰੀ ਜਾਂ ਝੂਠ ਦੇ ਜਿਹੜੇ ਕਰਮ ਨੇ ਉਹਨਾਂ ਦੇ ਉੱਤੇ ਪਰਦਾ ਪਾ ਸਕੇ। ਗਏ ਤੁਲੰਬੇ ਦੇ ਅੰਦਰ, ਐਂਟਰ ਕੀਤੇ, ਇੱਕ ਬੜੀ ਖੂਬਸੂਰਤ, ਬੜੀ ਆਲੀਸ਼ਾਨ ਹਵੇਲੀ ਨਜ਼ਰ ਆਈ। ਉਹ ਹਵੇਲੀ ਦੇ ਦਰਵਾਜ਼ੇ ਤੇ ਜਦੋਂ ਅੰਦਰ ਐਂਟਰ ਕਰਦੇ ਨੇ, ਅਜੇ ਐਂਟਰ ਕੀਤੇ ਹੀ ਨੇ, ਤੇ ਉਸ ਹਵੇਲੀ ਦਾ ਜਿਹੜਾ ਮਾਲਕ ਹੈ ਨਾ, ਉਹਦੇ ਰੱਖੇ ਹੋਏ ਨੌਕਰ ਜਿਹੜੇ ਨੇ, ਉਹ ਅੱਗੋਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੂੰ ਰਿਸੀਵ ਕਰਨ ਵਾਸਤੇ ਆਉਂਦੇ ਨੇ। ਸਾਧ ਸੰਗਤ ਕਿਤੇ ਮੌਕਾ ਲੱਗੇ ਤੇ ਭਾਈ ਵੀਰ ਸਿੰਘ ਜੀ ਦਾ ਇੱਕ ਰਾਈਟਿੰਗ ਹੈ ਉਹਨਾਂ ਦੀ, ਉਹਦਾ ਨਾਮ ਹੈ ਜੀ ਗੁਰੂ ਨਾਨਕ ਚਮਤਕਾਰ। ਕਿਤੇ ਮੌਕਾ ਲੱਗੇ ਤੇ ਜਰੂਰ ਪੜਿਓ। ਉਹ ਕੱਲੀ ਗੁਰਮੁਖੀ ਚ ਹੀ ਨਹੀਂ ਹੈ, ਇੰਗਲਿਸ਼ ਦੇ ਵਿੱਚ ਵੀ ਉਹਨੂੰ ਲਿਖਿਆ ਹੋਇਆ ਹੈ, ਉਹਨੂੰ ਟਰਾਂਸਲੇਟ ਕੀਤਾ ਹੋਇਆ ਹੈ ਇੰਗਲਿਸ਼ ਦੇ ਵਿੱਚ। ਭਾਈ ਵੀਰ ਸਿੰਘ ਜੀ ਨੇ ਬੜੀ ਕਮਾਲ ਦੀ ਘਟਨਾ ਉਹਦੇ ਵਿੱਚ ਲਿਖੀ ਹੈ ਜੀ, ਇਹ ਜਿਹੜੀ ਤੁਲੰਬੇ ਦੇ ਨਾਲ ਸੰਬੰਧਿਤ ਹੈ। ਕਹਿੰਦੇ ਉਹ ਦੋਨੋਂ ਹੀ ਨੌਕਰ ਜਿਹੜੇ ਨੇ ਨਾ, ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਨੂੰ ਰਿਸੀਵ ਕਰਨ ਵਾਸਤੇ ਅੱਗੋਂ ਆਏ। ਬੜਾ ਵੈਲਕਮ ਕੀਤਾ ਜੀ, ਝੁਕ ਕੇ ਉਹਨਾਂ ਦੇ ਅੱਗੇ ਸਲਾਮਾਂ ਕਰਦੇ ਪਏ ਨੇ। ਉਹਦਾ ਰੀਜ਼ਨ ਪਤਾ ਕੀ ਹੈ? ਗੁਰੂ ਨਾਨਕ ਸਾਹਿਬ ਦੇ ਚਿਹਰੇ ਦੇ ਉੱਤੇ ਇੱਕ ਵੱਖਰਾ ਹੀ ਨੂਰ ਨਜ਼ਰ ਆ ਰਿਹਾ ਹੈ। ਨੂਰ ਹੈ, ਚਮਕ ਹੈ ਚਿਹਰੇ ਦੇ ਉੱਤੇ। ਇੱਕ ਉਸ ਮਾਲਕ ਦੀ ਕਿਰਪਾ ਹੈ, ਕਿਉਂਕਿ ਪ੍ਰਮਾਤਮਾ ਦਾ ਰੂਪ ਨੇ ਗੁਰੂ ਨਾਨਕ ਸਾਹਿਬ। ਤੇ ਜਦੋਂ ਉਹ ਐਸੇ ਨੂਰ ਨੂੰ ਦੇਖਿਆ, ਉਹਨਾਂ ਨੌਕਰਾਂ ਦੇ ਅੰਦਰ ਇਤਨੀ ਸਮਝ ਨਹੀਂ ਕਿ ਗੁਰੂ ਨਾਨਕ ਸਾਹਿਬ ਦੇ ਚਿਹਰੇ ਦੇ ਨੂਰ ਨੂੰ ਪਰਖ ਸਕਣ ਕਿ ਇਹ ਨੂਰ ਹੈ ਕੈਸਾ, ਇਹ ਨੂਰ ਹੈ ਕੀ ਅਸਲ ਦੇ ਵਿੱਚ। ਉਹਨਾਂ ਨੂੰ ਐਸੀ ਸਮਝ ਕੋਈ ਨਹੀਂ। ਸਮਝਿਆ ਕੀ ਉਹਨਾਂ? ਇਹ ਸੋਚ ਲਿਆ ਕਿ ਇਹ ਜਿਹੜੀ ਸ਼ਖਸੀਅਤ ਸਾਡੀ ਹਵੇਲੀ ਦੇ ਅੰਦਰ ਐਂਟਰ ਕਰਦੀ ਪਈ ਹੈ, ਇਹ ਬੜੇ ਪੈਸੇ ਵਾਲੇ ਨੇ, ਇਹ ਵਪਾਰੀ ਲੱਗਦੇ ਨੇ ਤਗੜੇ, ਇਹਨਾਂ ਦੇ ਕੋਲ ਬਹੁਤ ਧਨ ਹੈ, ਇਹਨਾਂ ਦਾ ਚਿਹਰਾ ਕਹਿੰਦਾ ਪਿਆ ਹੈ ਕਿ ਇਹਨਾਂ ਦੇ ਕੋਲ ਬੇਸ਼ੁਮਾਰ ਦੌਲਤ ਹੋਏਗੀ, ਤੇ ਮੈਂ ਇਹਨਾਂ ਦੀ ਜ਼ਰੂਰ ਸੇਵਾ ਕਰਾਂ ਤਾਂ ਕਿ ਮੈਂ ਆਪਣਾ ਜਿਹੜਾ ਕੰਮ ਕਰਨਾ ਹੈ ਉਹ ਬੜੀ ਤਸੱਲੀ ਦੇ ਨਾਲ ਕਰ ਸਕਾਂ। ਸਤਿਗੁਰਾਂ ਨੂੰ ਲੈ ਕੇ ਗਏ ਹਵੇਲੀ ਦੇ ਅੰਦਰ। ਜਦੋਂ ਇੱਕ ਕਮਰੇ ਦੇ ਵਿੱਚ ਜਾ ਕੇ ਬਿਠਾਇਆ, ਉਹ ਹਵੇਲੀ ਕੈਸੀ ਹੈ ਜੀ, ਉਹਦੇ ਵਿੱਚ ਮੁਸਾਫਰਾਂ ਦੇ ਰਹਿਣ ਦੇ ਲਈ ਛੋਟੇ ਛੋਟੇ ਕਮਰੇ ਬਣਾਏ ਹੋਏ ਨੇ, ਤਹਿਖਾਨੇ ਦੇ ਵਿੱਚ, ਅੰਡਰਗਰਾਉਂਡ ਬੇਸਮੈਂਟ ਕਹਿ ਲਈਏ ਆਪਾਂ। ਉੱਥੇ ਭਾਈ ਵੀਰ ਸਿੰਘ ਜੀ ਕਹਿੰਦੇ ਇੱਕ ਖੂਹ ਵੀ ਹੈ, ਇੱਕ ਵੈਲ ਵੀ ਹੈ। ਇੱਕ ਸਾਈਡ ਤੇ ਹਵੇਲੀ ਦੇ ਅੰਦਰ ਜਦੋਂ ਐਂਟਰ ਕਰੀਏ, ਇੱਕ ਸਾਈਡ ਤੇ ਮਸਜਿਦ ਮੌਸਕ ਬਣੀ ਹੋਈ ਹੈ, ਦੂਜੀ ਸਾਈਡ ਤੇ ਇੱਕ ਹਿੰਦੂ ਟੈਂਪਲ ਮੰਦਿਰ ਬਣਿਆ ਹੋਇਆ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਅੰਦਰ ਗਏ, ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ। ਹਵੇਲੀ ਦਾ ਮਾਲਕ ਆਉਂਦਾ ਹੈ ਜੀ,
ਹਵੇਲੀ ਦਾ ਮਾਲਕ ਆਇਆ ਤੇ ਉਹਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ। ਇਤਿਹਾਸ ਦੇ ਵਿੱਚ ਉਹਨਾਂ ਨੂੰ ਆਪਾਂ ਵੈਸੇ ਸੱਜਣ ਠੱਗ ਕਹਿੰਦੇ ਆ, ਅਜੇ ਤੱਕ ਉਹਨਾਂ ਨੂੰ ਸੱਜਣ ਠੱਗ ਕਿਹਾ ਜਾਂਦਾ ਹੈ। ਪਰ ਖਿਆਲ ਕਰਿਓ, ਗੁਰੂ ਨਾਨਕ ਸਾਹਿਬ ਦੇ ਮੇਲ ਤੋਂ ਬਾਅਦ ਸੱਜਣ ਠੱਗ ਨਹੀਂ ਰਹਿ ਗਿਆ, ਉਹ ਭਾਈ ਸੱਜਣ ਬਣ ਗਿਆ ਸੀ। ਉਹ ਸੱਜਣ ਠੱਗ ਕਹਿ ਲਈਏ ਆਪਾਂ ਸਮਝਣ ਦੇ ਲਈ। ਉਹ ਆਂਦਾ ਹੈ, ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹੈ, ਲਿਬਾਸ ਬੜਾ ਖੂਬਸੂਰਤ ਪਹਿਨਿਆ ਹੋਇਆ ਹੈ, ਪੱਗ ਭਾਈ ਵੀਰ ਸਿੰਘ ਜੀ ਕਹਿੰਦੇ ਬੜੀ ਖੂਬਸੂਰਤ ਉਹਨੇ ਬੰਨੀ ਹੋਈ ਹੈ, ਚਿਹਰੇ ਦੇ ਉੱਤੇ ਲਾਲੀ ਹੈ, ਅੱਖਾਂ ਬੜੀਆਂ ਚਮਕਦੀਆਂ ਪਈਆਂ ਨੇ। ਉਹ ਗੁਰੂ ਨਾਨਕ ਸਾਹਿਬ ਨੂੰ ਆਣ ਕੇ ਮਿਲਦਾ ਹੈ, ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਬੁਲਾਉਂਦਾ ਹੈ ਗੁਰੂ ਨਾਨਕ ਸਾਹਿਬ ਨੂੰ, ਤੇ ਨਾਲ ਇਹ ਵੀ ਕਹਿੰਦਾ ਤੁਸੀਂ ਸਫ਼ਰ ਦੇ ਵਿੱਚੋਂ ਥੱਕ ਗਏ ਤੇ ਕਿਰਪਾ ਕਰੋ ਮੈਨੂੰ ਆਗਿਆ ਦਿਓ, ਮੈਂ ਤੁਹਾਡੀ ਕੁਝ ਸੇਵਾ ਕਰ ਸਕਾਂ। ਗੁਰੂ ਨਾਨਕ ਸਾਹਿਬ ਅਜੇ ਬੋਲੇ ਕੁਝ ਨਹੀਂ। ਉਸ ਸੱਜਣ ਨੇ ਆਪਣੇ ਨੌਕਰਾਂ ਨੂੰ ਆਵਾਜ਼ ਮਾਰੀ, ਉਹ ਨੌਕਰ ਗਰਮ ਪਾਣੀ ਲੈ ਕੇ ਆਏ ਨੇ, ਇੱਕ ਬਰਤਨ ਦੇ ਵਿੱਚ ਗਰਮ ਪਾਣੀ ਲੈ ਕੇ ਆਏ। ਸਾਧ ਸੰਗਤ ਧਿਆਨ 'ਚ ਰੱਖਿਓ, ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਨੰਨਾ ਜਿਹੜਾ ਇਹਨਾਂ ਨਾਮ ਵਾਲਾ, ਉਹ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨਾਈਮੋ ਦਾ ਮਤਲਬ ਹੈ ਬਖਸ਼ਿਸ਼ਾਂ ਕਰਨ ਵਾਲੇ। ਇਹ ਉਸ ਸੱਜਣ ਦੇ ਜਿਹੜੇ ਨੌਕਰ ਨੇ ਉਹ ਗਰਮ ਪਾਣੀ ਇੱਕ ਬਰਤਨ ਦੇ ਵਿੱਚ ਲੈ ਕੇ ਆਏ। ਆਣ ਕੇ ਕਿਆ ਕਹਿਣ ਲੱਗੇ, ਤੁਸੀਂ ਥੱਕ ਗਏ ਹੋਵੋਗੇ, ਅਸੀਂ ਤੁਹਾਡੇ ਚਰਨਾਂ ਨੂੰ ਧੋ ਦਿੰਨੇ ਆ ਗਰਮ ਪਾਣੀ ਦੇ ਨਾਲ, ਤੁਹਾਡੀ ਥਕਾਵਟ ਲੈ ਜਾਏਗੀ। ਗੁਰੂ ਨਾਨਕ ਸਾਹਿਬ ਨੇ ਇਨਕਾਰ ਕੀਤਾ। ਜਦੋਂ ਹਵੇਲੀ ਦੇ ਅੰਦਰ ਐਂਟਰ ਕਰਨ ਲੱਗੇ ਨਾ ਸਾਧ ਸੰਗਤ, ਇੱਥੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ। ਕਹਿਣ ਲੱਗੇ, ਮਰਦਾਨਿਆ ਮੈਨੂੰ ਪਤਾ ਹੈ ਤੈਨੂੰ ਭੁੱਖ ਜ਼ਰੂਰ ਲੱਗੀ ਹੋਏਗੀ, ਪਰ ਯਾਦ ਰਹੇ ਜਿਸ ਹਵੇਲੀ ਦੇ ਵਿੱਚ ਆਪਾਂ ਐਂਟਰ ਕਰਨ ਲੱਗੇ ਆ, ਇੱਥੋਂ ਖਾਈ ਕੁਝ ਨਾ। ਜਿਸ ਹਵੇਲੀ ਦੇ ਅੰਦਰ ਐਂਟਰ ਕਰਨ ਲੱਗੇ ਆ, ਇੱਥੋਂ ਖਾਈ ਕੁਝ ਨਾ, ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ, ਖਾਣਾ ਕੁਝ ਨਹੀਂ। ਚਲੇ ਗਏ। ਪਾਣੀ ਲਿਆਂਦਾ, ਗੁਰੂ ਸਾਹਿਬ ਨੇ ਮਨਾ ਕੀਤਾ ਤੇ ਸੱਜਣ ਨੇ ਫਿਰ ਇਸ਼ਾਰਾ ਮਾਰਿਆ, ਇਸ਼ਾਰਾ ਕੀਤਾ ਨੌਕਰਾਂ ਨੂੰ। ਉਹ ਗੁਰੂ ਨਾਨਕ ਸਾਹਿਬ ਵਾਸਤੇ ਪਕਵਾਨ ਲੈ ਕੇ ਆਏ ਨੇ ਜੀ ਖਾਣ ਵਾਸਤੇ। ਸੱਜਣ ਕਹਿ ਰਿਹਾ ਤੁਹਾਨੂੰ ਸਫ਼ਰ ਦੇ ਵਿੱਚ ਜ਼ਰੂਰ ਭੁੱਖ ਲੱਗੀ ਹੋਏਗੀ, ਤੇ ਮੈਂ ਚਾਹੁੰਦਾ ਜੇ ਮੇਰੇ ਘਰ ਦੇ ਵਿੱਚ ਤੁਸੀਂ ਮੇਰੀ ਹਵੇਲੀ ਦੇ ਵਿੱਚ ਪਹੁੰਚੇ ਹੋ, ਮੇਰੇ ਤੁਸੀਂ ਗੈਸਟ ਹੋ, ਮੇਰੇ ਪ੍ਰਾਹੁਣੇ ਹੋ, ਤੇ ਮੈਂ ਚਾਹੁੰਦਾ ਤੁਹਾਡੀ ਮੈਂ ਸੇਵਾ ਕਰਾਂ, ਇਹ ਤੁਹਾਡੇ ਵਾਸਤੇ ਪ੍ਰਸ਼ਾਦਾ ਪਾਣੀ ਹਾਜ਼ਰ ਹੈ, ਛਕਣਾ ਕਰੋ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ ਸਾਨੂੰ ਭੁੱਖ ਕੋਈ ਨਹੀਂ। ਤੇ ਸੱਜਣ ਕਹਿਣ ਲੱਗਾ, ਕਹਿੰਦਾ ਤੁਹਾਡਾ ਜਿਹੜਾ ਸੇਵਕ ਹੈ ਇਹਨੂੰ ਪੁੱਛੋ। ਤੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਵੱਲ ਇਸ਼ਾਰਾ ਕੀਤਾ, ਮਰਦਾਨਿਆ ਕੁਝ ਖਾਣਾ ਹੈ? ਤੇ ਭਾਈ ਮਰਦਾਨੇ ਨੇ ਅੱਗੋਂ ਹੱਥ ਜੋੜੇ, ਕਹਿਣ ਲੱਗੇ ਸਤਿਗੁਰੂ ਜੀ ਜਾਣੀ ਜਾਣ ਹੋ, ਉਹ ਵੱਖਰੀ ਗੱਲ ਹੈ ਕਿ ਮੈਨੂੰ ਭੁੱਖ ਬੜੀ ਸਤਾਉਂਦੀ ਹੈ, ਪਰ ਪਤਾ ਨਹੀਂ ਇਹ ਕੈਸੀ ਜਗ੍ਹਾ ਹੈ, ਇਸ ਜਗ੍ਹਾ ਤੇ ਆਣ ਕੇ ਮੇਰੀ ਤਾਂ ਭੁੱਖ ਹੀ ਮਰ ਗਈ। ਇਵੇਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਮੈਨੂੰ ਕਦੇ ਭੁੱਖ ਲੱਗੀ ਹੀ ਨਹੀਂ, ਸੋ ਮੈਂ ਕੁਝ ਖਾਣਾ ਨਹੀਂ ਚਾਹੁੰਦਾ। ਭਾਈ ਮਰਦਾਨੇ ਨੇ ਮਨਾ ਕੀਤਾ, ਗੁਰੂ ਨਾਨਕ ਸਾਹਿਬ ਨੇ ਮਨਾ ਕੀਤਾ, ਉਹ ਖਾਣਾ ਵਾਪਸ ਲੈ ਕੇ ਚਲੇ ਗਏ। ਸੱਜਣ ਕੁਝ ਸਮਾਂ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਾ, ਗੱਲਾਂ ਕੀਤੀਆਂ, ਤੇ ਉਹ ਵੀ ਉੱਠ ਕੇ ਚਲਾ ਗਿਆ, ਆਪਣੇ ਨੌਕਰਾਂ ਦੇ ਕੋਲ ਗਿਆ, ਜਾ ਕੇ ਸਲਾਹ ਮਸ਼ਵਰਾ ਕਰਨ ਲੱਗੇ ਨੇ। ਹੁਣ ਰੀਜ਼ਨ ਕੀ ਹੈ ਸਲਾਹ ਦਾ? ਜਿਹੜਾ ਖਾਣਾ ਖਵਾਉਣਾ ਸੀ ਨਾ ਸਾਧ ਸੰਗਤ, ਉਹਦੇ ਵਿੱਚ ਉਸ ਸੱਜਣ ਨੇ ਕੁਝ ਜ਼ਹਿਰ ਮਿਲਾਇਆ ਹੋਇਆ ਸੀ। ਜੇਕਰ ਉਹ ਗੁਰੂ ਨਾਨਕ ਸਾਹਿਬ ਜਾਂ ਭਾਈ ਮਰਦਾਨਾ ਖਾਂਦੇ ਤੇ ਉਸ ਜ਼ਹਿਰ ਨੇ ਆਪਣਾ ਅਸਰ ਕਰਨਾ ਸੀ ਤੇ ਉਹਦੇ ਨਾਲ ਮੌਤ ਹੋ ਸਕਦੀ ਸੀ। ਗੁਰੂ ਨਾਨਕ ਸਾਹਿਬ ਨੂੰ ਪਤਾ ਸੀ, ਮਨਾ ਕੀਤਾ। ਹੁਣ ਉਹ ਸਲਾਹਾਂ ਕਰਦੇ ਪਏ ਨੇ, ਕਹਿੰਦੇ ਖਾਣਾ ਇਹਨਾਂ ਨੇ ਖਾਦਾ ਕੋਈ ਨਹੀਂ, ਤੇ ਇਹ ਆਪਾਂ ਕੰਮ ਕਿਵੇਂ ਕਰਾਂਗੇ, ਇਹਨਾਂ ਨੂੰ ਲੁੱਟਾਂਗੇ ਕਿਵੇਂ? ਇਹ ਬੜੇ ਵੱਡੇ ਵਪਾਰੀ ਲੱਗਦੇ ਨੇ, ਦੌਲਤ ਇਹਨਾਂ ਦੇ ਕੋਲ ਕਾਫੀ ਲੱਗਦੀ ਹੈ, ਇਹਨਾਂ ਨੂੰ ਲੁੱਟਿਆ ਕਿਵੇਂ ਜਾਏਗਾ? ਖਾਣਾ ਇਹਨਾਂ ਨੇ ਖਾਦਾ ਕੋਈ ਨਹੀਂ, ਸਾਡਾ ਕੰਮ ਕਿਵੇਂ ਸਿਰੇ ਚੜੇਗਾ? ਸਲਾਹਾਂ ਕਰਦੇ ਪਏ ਨੇ। ਤੇ ਕਹਿੰਦੇ ਉੱਥੇ ਹੀ ਸੱਜਣ ਦੇ ਕੋਲ ਉਸ ਹਵੇਲੀ ਦੇ ਵਿੱਚ ਇੱਕ ਮਾਤਾ ਰਹਿੰਦੀ ਹੈ ਜੀ, ਉਸ ਮਾਤਾ ਦਾ ਨਾਮ ਹੈ ਖੇਮੀ। ਸੱਜਣ ਕਹਿੰਦਾ ਖੇਮੀ ਨੂੰ ਬੁਲਾਓ। ਬੁਲਾਇਆ ਗਿਆ, ਖੇਮੀ ਨੂੰ ਸਾਰਾ ਦੱਸਿਆ ਕਿ ਇਹ ਵਪਾਰੀ ਆਏ ਨੇ, ਪੈਸਾ ਇਹਨਾਂ ਦੇ ਕੋਲ ਹੈ ਬਹੁਤ, ਇਹਨਾਂ ਨੇ ਖਾਣਾ ਕੋਈ ਨਹੀਂ ਖਾਦਾ, ਤੇ ਤੂੰ ਜਾ ਕੇ ਕੁਝ ਕਰਕੇ ਕੁਝ ਨਾ ਕੁਝ ਜ਼ਰੂਰ ਖਾਣ। ਤੇ ਕਹਿੰਦੇ ਨੇ ਉਹ ਮਾਤਾ ਖੇਮੀ ਦੁੱਧ ਦੇ ਗਿਲਾਸ ਲੈ ਕੇ ਗਈ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਾਸਤੇ, ਹੈ ਬਜ਼ੁਰਗ, ਤੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਸੁੱਖਾਂ ਲੱਦੇ। ਬੜੇ ਪਿਆਰ ਦੇ ਨਾਲ, ਪੰਜਾਬੀ ਦੇ ਵਿੱਚ ਨਾ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਮਾਵਾਂ ਪੁਕਾਰਦੀਆਂ ਰਹੀਆਂ, ਅੱਜ ਵੀ ਪੁਕਾਰਦੀਆਂ ਨੇ, ਸੁੱਖਾਂ ਲੱਦਾ ਮੇਰਾ ਲਾਡਲਾ। ਐਸੇ ਵਰਡ ਉਸ ਮਾਈ ਖੇਮੀ ਨੇ ਯੂਜ਼ ਕੀਤੇ ਤੇ ਕਹਿਣ ਲੱਗੀ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਈ ਆ, ਮੈਨੂੰ ਪਤਾ ਲੱਗਾ ਤੁਸੀਂ ਖਾਣਾ ਕੋਈ ਨਹੀਂ ਖਾਦਾ, ਭੁੱਖ ਲੱਗੀ ਜ਼ਰੂਰ ਹੋਵੇਗੀ,
ਤੇ ਮੈਂ ਚਾਹੁੰਦੀ ਆ ਇਹ ਦੁੱਧ ਤੁਸੀਂ ਪੀ ਲਓ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਫੇਰ ਇਨਕਾਰ ਕਰਦੇ ਨੇ। ਖੇਮੀ ਜਾ ਕੇ ਸੱਜਣ ਨੂੰ ਕਹਿੰਦੀ ਉਹਨਾਂ ਦੁੱਧ ਨਹੀਂ ਪੀਤਾ। ਸਾਧ ਸੰਗਤ ਰਾਤ ਪੈਂਦੀ ਹੈ, ਭਾਈ ਸੱਜਣ ਫਿਰ ਦੁਬਾਰਾ ਐਂਟਰ ਕਰਦਾ ਉਸੇ ਕਮਰੇ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਬੈਠੇ ਹੋਏ ਨੇ। ਕਹਿਣ ਲੱਗੇ ਤੁਹਾਡੇ ਵਾਸਤੇ ਬਿਸਤਰਾ ਲੱਗ ਗਿਆ ਹੈ, ਰਾਤ ਕਾਫੀ ਹੋ ਚੁੱਕੀ ਹੈ, ਆਰਾਮ ਕਰੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆਰਾਮ ਦਾ ਟਾਈਮ ਹੀ ਨਹੀਂ ਹੈ। ਆਰਾਮ ਤਾਂ ਕਰੀਏ ਜੇ ਕੋਈ ਸਰੀਰ ਦੇ ਵਿੱਚ ਥਕਾਵਟ ਹੋਵੇ। ਥਕਾਵਟ ਕੋਈ ਨਹੀਂ, ਅੱਖਾਂ ਦੇ ਵਿੱਚ ਨੀਂਦ ਨਹੀਂ ਆ ਰਹੀ, ਸੋ ਸੌਣਾ ਵੀ ਸਾਨੂੰ ਪਸੰਦ ਨਹੀਂ, ਅਸੀਂ ਸੌਣਾ ਨਹੀਂ ਚਾਹੁੰਦੇ। ਹੁਣ ਸੱਜਣ ਠੱਗ ਹੋਰ ਚਿੰਤਾ ਦੇ ਵਿੱਚ ਪੈ ਗਿਆ। ਅੱਧੀ ਰਾਤ ਦਾ ਸਮਾਂ ਹੋਇਆ, ਇਧਰੋਂ ਸੱਜਣ ਠੱਗ ਵੀ ਜਾਗਦਾ ਪਿਆ ਹੈ, ਗੁਰੂ ਨਾਨਕ ਸਾਹਿਬ ਜਾਗਦੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਪਤਾ ਕੀ ਕਿਹਾ? ਕਹਿਣ ਲੱਗੇ ਮਰਦਾਨਿਆਂ ਰਬਾਬ ਛੇੜ, ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਭਾਈ ਮਰਦਾਨੇ ਨੇ ਰਬਾਬ ਛੇੜੀ, ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾਉਣਾ ਸ਼ੁਰੂ ਕੀਤਾ। ਇਧਰੋਂ ਸ਼ਬਦ ਗੁਰੂ ਨਾਨਕ ਸਾਹਿਬ ਸਟਾਰਟ ਕਰਨ ਲੱਗੇ ਨੇ, ਉਧਰੋਂ ਸੱਜਣ ਠੱਗ ਜਿਹੜਾ ਆਪਣੇ ਪਲੰਗ ਦੇ ਉੱਤੇ ਬੈਠਾ ਹੋਇਆ ਹੈ, ਕੰਧ ਦੇ ਨਾਲ ਢੋ ਲਗਾਈ ਹੋਈ ਹੈ। ਢੋ ਲਗਾਇਆ, ਉਸ ਸੱਜਣ ਦੀ ਅੱਖ ਲੱਗ ਗਈ, ਨੀਂਦ ਆਈ। ਨੀਂਦ ਦੇ ਵਿੱਚ ਇੱਕ ਉਸ ਨੂੰ ਸੁਪਨਾ ਆਉਂਦਾ ਹੈ। ਉਸ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਕਿ ਜਿੰਨੇ ਅੱਜ ਤੱਕ ਮੈਂ ਆਪਣੀ ਇਸ ਹਵੇਲੀ ਦੇ ਵਿੱਚ ਲੋਕਾਂ ਨੂੰ ਮਾਰਿਆ ਲੁੱਟਿਆ, ਉਹ ਸਾਰੇ ਹੀ ਉੱਠ ਖੜੇ ਹੋਏ ਨੇ। ਸੁਪਨਾ ਹੈ, ਉਹ ਸਾਰੇ ਹੀ ਉੱਠ ਖੜੇ ਹੋਏ ਨੇ ਤੇ ਸੱਜਣ ਦਾ ਨਾਮ ਲੈ ਲੈ ਕੇ ਪੁਕਾਰ ਰਹੇ ਨੇ, ਕਹਿੰਦੇ ਇਹਨੂੰ ਮਾਰੋ ਮਾਰੋ ਮਾਰੋ। ਜਦੋਂ ਇਹ ਲਫ਼ਜ਼ ਉਹ ਸੁਪਨੇ ਵਿੱਚ ਸੁਣਦਾ ਹੈ ਤੇ ਇੱਕਦਮ ਉਹਦੀ ਅੱਖ ਖੁੱਲਦੀ ਹੈ। ਜਿਵੇਂ ਅੱਖ ਖੁੱਲੀ, ਉਧਰੋਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸਟਾਰਟ ਹੁੰਦਾ ਹੈ। ਸ਼ਬਦ ਕਿਹੜਾ ਹੈ ਜੀ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਕਿ ਇਸ ਸੰਸਾਰ ਦੇ ਵਿੱਚ ਐਸੇ ਅਨੇਕਾਂ ਲੋਕ ਮਿਲਣਗੇ ਜਿਹੜੇ ਵੇਖਣ ਨੂੰ ਬਾਹਰੋਂ ਬਹੁਤ ਹੀ ਸਾਫ਼, ਬੜੇ ਹੀ ਭਲੇ ਪੁਰਸ਼ ਨਜ਼ਰ ਆਉਣਗੇ, ਪਰ ਅਸਲੀਅਤ ਉਹਨਾਂ ਦੀ ਕੋਈ ਹੋਰ ਹੋਏਗੀ। ਬਚਨ ਕੀ ਹੈ ਜੀ? ਕਹਿਣ ਲੱਗੇ ਉੱਜਲ ਕਹਿਹਾਂ ਚਿਲਕਣਾ, ਘੋਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਜਦੋਂ ਇਹ ਪੰਕਤੀ ਸੁਣੀ ਸੱਜਣ ਨੇ ਧਿਆਨ ਦੇ ਨਾਲ, ਤੇ ਉਹਦੇ ਵਿੱਚ ਉਹਨੇ ਆਪਣਾ ਨਾਮ ਸੁਣਿਆ, ਸੱਜਣ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਉਹ ਸੱਜਣ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ। ਜਦੋਂ ਕੋਲ ਆਣ ਕੇ ਬੈਠਾ, ਗੁਰੂ ਨਾਨਕ ਸਾਹਿਬ ਗਾਉਂਦੇ ਪਏ ਨੇ ਆਪਣੀ ਮਸਤੀ ਦੇ ਵਿੱਚ, ਬੈਠਾ ਬਹਿ ਕੇ ਸ਼ਬਦ ਸੁਣਦਿਆਂ ਸੁਣਦਿਆਂ ਉਹਨੂੰ ਮਸਤੀ ਆਉਣੀ ਸ਼ੁਰੂ ਹੋਈ। ਅੱਖਾਂ ਬੰਦ ਹੋਈਆਂ। ਜਦੋਂ ਅੱਖਾਂ ਬੰਦ ਹੁੰਦੀਆਂ ਨੇ ਤਾਂ ਉਹਨੂੰ ਉਹ ਸੁਪਨਾ ਯਾਦ ਆਉਂਦਾ ਹੈ। ਅੱਖਾਂ ਖੋਲਦਾ ਹੈ, ਕੰਨਾਂ ਦੇ ਨਾਲ ਉਹ ਸ਼ਬਦ ਸੁਣਦਾ ਹੈ, ਤੇ ਸ਼ਬਦ ਸੁਣਦਿਆਂ ਉਹਨੂੰ ਆਪਣੀ ਅਸਲੀਅਤ ਨਜ਼ਰ ਆਉਂਦੀ ਹੈ ਕਿ ਮੈਂ ਕੀ ਕੀ ਕੀਤਾ ਹੁਣ ਤੱਕ। ਉਹ ਸਭ ਕੁਝ, ਸਾਰਾ ਨਕਸ਼ਾ ਉਹਦੀਆਂ ਅੱਖਾਂ ਅੱਗੇ ਛਾ ਜਾਂਦਾ ਹੈ। ਤੇ ਸਾਧ ਸੰਗਤ, ਜਦੋਂ ਸਤਿਗੁਰੂ ਜੀ ਅੰਤਲੀਆਂ ਪੰਕਤੀਆਂ ਦੇ ਉੱਤੇ ਪਹੁੰਚੇ ਨਾ, ਅੰਤਲੀਆਂ ਪੰਕਤੀਆਂ ਤੇ ਪਹੁੰਚੇ, ਤੇ ਸੱਜਣ ਨੇ ਅਗਾਂਹ ਵੱਧ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ। ਭਾਈ ਨੰਦ ਲਾਲ ਜੀ ਕਹਿੰਦੇ ਹਰ ਦੋ ਨੂਨੇ ਨਾਮੇ ਪਾਕਿਸ਼ ਨਾਈਮੋ ਨਸੀਰ, ਕਹਿੰਦੇ ਹੈ ਗੁਰੂ ਨਾਨਕ ਤੁਹਾਡੇ ਨਾਮ ਦਾ ਪਹਿਲਾ ਨੰਨਾ ਅੱਖਰ ਕਹਿੰਦਾ ਪਿਆ ਤੁਸੀਂ ਨਾਈਮੋ। ਨਾਈਮੋ ਮਤਲਬ ਬਖਸ਼ਣਹਾਰ ਹੋ। ਭਾਈ ਸੱਜਣ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜੇ। ਤੇ ਸਾਧ ਸੰਗਤ ਖਿਆਲ ਕਰਿਓ, ਭਾਈ ਵੀਰ ਸਿੰਘ ਕਹਿੰਦੇ ਜਿਸ ਸੱਜਣ ਠੱਗ ਨੇ ਅਨੇਕਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆਂਦੇ, ਅੱਜ ਉਸ ਸੱਜਣ ਠੱਗ ਦੀਆਂ ਅੱਖਾਂ ਦੇ ਵਿੱਚ ਖੁਦ ਅਥਰੂ ਆ ਗਏ। ਉਹਨਾਂ ਹੰਝੂਆਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧੋ ਦਿੱਤਾ। ਜਦੋਂ ਅੰਦਰੋਂ ਮੈਲ ਨਿਕਲੀ ਅਥਰੂਆਂ ਦੇ ਰੂਪ ਦੇ ਵਿੱਚ, ਫਿਰ ਸੱਜਣ ਬੋਲਿਆ, ਕਹਿਣ ਲੱਗੇ ਬਾਬਾ ਫਜ਼ਲ ਕਰ, ਬਾਬਾ ਫਜ਼ਲ ਕਰ। ਫਜ਼ਲ ਦਾ ਮਤਲਬ ਸਾਧ ਸੰਗਤ ਹੁੰਦਾ ਕਿਰਪਾ ਕਰ, ਬਖਸ਼ਿਸ਼ ਕਰ। ਜ਼ੁਬਾਨ ਤੋਂ ਵਾਰ-ਵਾਰ ਇਹੀ ਲਫ਼ਜ਼ ਬਾਬਾ ਫਜ਼ਲ ਕਰ, ਫਜ਼ਲ ਕਰ। ਤੇ ਹੁਣ ਗੁਰੂ ਨਾਨਕ ਸਾਹਿਬ ਬੋਲੇ, ਕਹਿਣ ਲੱਗੇ ਸੱਜਣਾ ਫਜ਼ਲ ਉਹਨਾਂ ਦੇ ਉੱਤੇ ਹੁੰਦਾ ਹੈ ਜਿਹੜੇ ਦੋ ਗੱਲਾਂ ਆਪਣੇ ਜੀਵਨ ਦੇ ਵਿੱਚ ਧਿਆਨ 'ਚ ਰੱਖਦੇ ਨੇ। ਪਹਿਲੀ ਗੱਲ, ਫਜ਼ਲ ਉਹਨਾਂ ਦੇ ਉੱਤੇ ਜਿਹੜੇ ਸੱਚ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਦੂਜਾ ਫਜ਼ਲ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਜੀਵਨ ਦੇ ਵਿੱਚ ਪ੍ਰਵਾਨ ਕਰ ਲਿਆ। ਇੱਕ ਫਜ਼ਲ ਉਹਨਾਂ ਦੇ ਉੱਤੇ ਜਿਹੜੇ ਸੱਚ ਦੇ ਨਾਲ ਜੁੜੇ ਨੇ, ਦੂਜਾ ਫਜ਼ਲ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਆਪਣੇ ਗੁਨਾਹਾਂ ਨੂੰ ਪ੍ਰਵਾਨ ਕਰ ਲਿਆ। ਜਿਹੜਾ ਇਨਸਾਨ ਗੁਨਾਹ ਕਬੂਲ ਨਾ ਕਰੇ, ਜਿਹੜਾ ਸੱਚ ਦੇ ਨਾਲ ਨਾ ਜੁੜਿਆ ਹੋਵੇ, ਬਾਬਾ ਨਾਨਕ ਜੀ ਕਹਿੰਦੇ ਉਹਨਾਂ ਦੇ ਉੱਤੇ ਖੁਦਾ ਦਾ ਫਜ਼ਲ ਕੋਈ ਨਹੀਂ।
ਤੇ ਸੱਜਣ ਠੱਗ ਫੇਰ ਰੋਇਆ, ਕਹਿਣ ਲੱਗਾ ਬਾਬਾ ਫਜ਼ਲ ਕਰ, ਮੈਂ ਆਪਣੇ ਗੁਨਾਹਾਂ ਨੂੰ ਯਾਦ ਕਰਦਾ, ਉਹ ਸਾਰਾ ਨਕਸ਼ਾ ਮੇਰੀ ਅੱਖਾਂ ਅੱਗੇ ਤੁਰਦਾ ਹੈ, ਮੈਂ ਚਾਹੁੰਦਾ ਤੂੰ ਕਿਰਪਾ ਕਰ, ਮੈਂ ਤੈਨੂੰ ਇੱਕ ਆਮ ਇਨਸਾਨ ਸਮਝਿਆ, ਪਰ ਹੁਣ ਪਤਾ ਲੱਗਾ ਤੂੰ ਆਮ ਨਹੀਂ, ਤੂੰ ਖੁਦਾ ਦਾ ਵਰਸਾਇਆ ਹੋਇਆ ਕੋਈ ਪੁਰਖ ਹੈ, ਤੇ ਕਿਰਪਾ ਕਰ, ਫਜ਼ਲ ਕਰ। ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਮਹਿਸੂਸ ਕੀਤਾ ਨਾ ਕਿ ਸੱਜਣ ਨੇ ਆਪਣੇ ਗੁਨਾਹਾਂ ਨੂੰ ਪਛਾਣਿਆ, ਇਹ ਮਹਿਸੂਸ ਕੀਤਾ ਕਿ ਮੈਂ ਪਾਪ ਕੀਤੇ ਨੇ ਜੋ ਨਹੀਂ ਸੀ ਕਰਨੇ ਚਾਹੀਦੇ, ਤੇ ਬਾਬੇ ਨਾਨਕ ਨੇ ਉਸ ਸੱਜਣ ਦੇ ਸਿਰ ਤੇ ਹੱਥ ਰੱਖਿਆ। ਸਾਧ ਸੰਗਤ, ਭਾਈ ਨੰਦ ਲਾਲ ਕਹਿੰਦੇ ਤੁਸੀਂ ਨਾਈਮੋ ਬਖਸ਼ਣਹਾਰ ਹੋ, ਤੇ ਕੈਸੇ ਬਖਸ਼ਣਹਾਰ ਮੇਰੇ ਬਾਬਾ, ਉਹ ਆਪ ਜਾ ਕੇ ਉਸ ਪਾਪੀ ਨੂੰ ਬਖਸ਼ਦੇ ਪਏ ਨੇ ਜਿਹਦੇ ਜੀਵਨ ਦੇ ਵਿੱਚ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਪਾਪਾਂ ਦਾ ਰਾਹ ਛੱਡ ਕੇ ਸੱਚ ਦੇ ਰਾਹ ਤੇ ਆਵਾਂਗਾ। ਇਹ ਗੁਰੂ ਨਾਨਕ ਦਾ ਜੀਵਨ ਹੈ। ਬਾਬੇ ਨਾਨਕ ਨੇ ਸੱਜਣ ਦੇ ਸਿਰ ਤੇ ਹੱਥ ਰੱਖਿਆ, ਅੱਖਾਂ 'ਚ ਹੰਝੂ ਉਸੇ ਤਰ੍ਹਾਂ ਵਹਿੰਦੇ ਪਏ ਨੇ। ਇੰਨੇ ਨੂੰ ਇਤਨੇ ਸਮੇਂ ਦੇ ਵਿੱਚ ਨਾ ਉਹ ਸਮਾਂ ਹੋ ਗਿਆ ਜਦੋਂ ਸੱਜਣ ਠੱਗ ਦੇ ਜਿਹੜੇ ਨੌਕਰ ਨੇ ਨਾ, ਕਿਉਂਕਿ ਜਿਹੜਾ ਵੀ ਕੋਈ ਸ਼ਾਹੂਕਾਰ ਉੱਥੇ ਪਹੁੰਚਦਾ ਸੀ ਉਹਨੂੰ ਖਾਣਾ ਖਵਾਉਣ ਤੋਂ ਬਾਅਦ ਰੱਸਿਆਂ ਦੇ ਨਾਲ ਬੰਨ੍ਹ ਕੇ ਉਹਨੂੰ ਮਾਰ ਕੇ ਖੂਹ ਦੇ ਵਿੱਚ ਸੁੱਟਿਆ ਜਾਂਦਾ ਸੀ ਜਿਹੜਾ ਬੇਸਮੈਂਟ 'ਚ ਸੀ। ਉਹ ਰੱਸੇ ਲੈ ਕੇ ਆਏ, ਜਦੋਂ ਰੱਸੇ ਲੈ ਕੇ ਆਏ ਉਹ ਅੰਦਰ ਐਂਟਰ ਕੀਤੇ, ਕੀ ਦੇਖਦੇ ਨੇ ਕਿ ਸੱਜਣ ਦਾ ਸਿਰ ਗੁਰੂ ਨਾਨਕ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਝੁਕਿਆ ਪਿਆ ਹੈ। ਉਹ ਹੈਰਾਨ ਰਹਿ ਕੇ ਦੇਖ ਕੇ, ਇਧਰੋਂ ਸੱਜਣ ਨੂੰ ਵੀ ਮਹਿਸੂਸ ਹੋਇਆ ਕਿ ਸਮਾਂ ਹੋ ਗਿਆ ਜਦੋਂ ਉਹਨਾਂ ਨੇ ਰੱਸੇ ਲੈ ਕੇ ਆਉਣਾ ਬੰਨਣ ਵਾਸਤੇ ਬਾਬੇ ਨੂੰ। ਉਹ ਇੱਕਦਮ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਉੱਠਿਆ, ਪਿੱਛੇ ਮੁੜ ਕੇ ਦੇਖਦਾ ਹੈ, ਉਹਦੇ ਨੌਕਰ ਰੱਸੇ ਹੱਥਾਂ ਦੇ ਵਿੱਚ ਫੜ ਕੇ ਖਲੋਤੇ ਹੋਏ ਨੇ, ਤੇ ਸੱਜਣ ਨੇ ਉਹਨਾਂ ਦੇ ਕੁਝ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਵਾਜ਼ ਮਾਈ, ਕਹਿਣ ਲੱਗੇ ਇਸ ਬਾਬੇ ਦੇ ਚਰਨਾਂ ਦੇ ਵਿੱਚ ਝੁਕ ਜਾਓ ਜੇਕਰ ਪਾਪ ਬਖਸ਼ਾਉਣੇ ਨੇ। ਭਾਈ ਨੰਦ ਲਾਲ ਕਹਿੰਦੇ ਬਾਬਾ ਨਾਨਕ ਤੁਸੀਂ ਨਾਈਮੋ ਬਖਸ਼ਣਹਾਰ ਹੋ, ਤੇ ਜਦੋਂ ਸੱਜਣ ਨੇ ਉਹਨਾਂ ਨੂੰ ਕਿਹਾ ਬਖਸ਼ਾਓ ਪਾਪ, ਤੇ ਉਹ ਝੁਕੇ, ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਝੁਕੇ, ਪਾਪ ਉਹਨਾਂ ਦੇ ਵੀ ਬਖਸ਼ੇ। ਸੱਜਣ ਨੇ ਦੇਖਿਆ ਬਾਕੀ ਨੌਕਰ ਤਾਂ ਆ ਗਏ, ਖੇਮੀ ਨਹੀਂ ਆਈ, ਖੇਮੀ ਨਹੀਂ ਆਈ, ਤੇ ਸੱਜਣ ਨੇ ਆਪਣੇ ਇੱਕ ਨੌਕਰ ਨੂੰ ਕਿਹਾ, ਕਹਿਣ ਲੱਗਾ ਖੇਮੀ ਕਿੱਥੇ ਹੈ? ਤੇ ਕਹਿੰਦਾ ਉਹ ਆਪਣੇ ਕਮਰੇ 'ਚ ਜ਼ਰੂਰ ਹੋਏਗੀ, ਕਹਿੰਦਾ ਬੁਲਾ ਕੇ ਲਿਆਓ ਖੇਮੀ ਨੂੰ। ਖੇਮੀ ਨੂੰ ਬੁਲਾਉਣ ਗਿਆ ਨੌਕਰ, ਕੀ ਦੇਖਦਾ ਹੈ, ਖੇਮੀ ਇੱਕ ਰੱਸਾ ਛੱਤ ਦੇ ਨਾਲ ਬੰਨ੍ਹ ਕੇ ਉਹ ਆਪਣੇ ਗਲੇ ਵਿੱਚ ਪਾ ਕੇ ਆਪਣੇ ਆਪ ਨੂੰ ਮਾਰਨ ਲਈ ਤਿਆਰ ਬੈਠੀ ਹੈ। ਰੱਸਾ ਛੱਤ ਦੇ ਨਾਲ ਬੰਨ੍ਹ ਚੁੱਕੀ ਹੈ, ਉਹ ਬਸ ਗਲੇ ਦੇ ਵਿੱਚ ਪਾ ਕੇ ਲਟਕਣ ਵਾਲੀ ਹੁੰਦੀ ਹੈ ਕਿ ਜਾ ਕੇ ਨੌਕਰ ਉਹਨੂੰ ਰੋਕਦਾ, ਕੀ ਕਰਨ ਲੱਗੀ ਹੈ? ਤੇ ਖੇਮੀ ਕਹਿੰਦੀ ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਕੋਈ ਨਹੀਂ, ਤੁਸੀਂ ਮੈਨੂੰ ਕਹਿ ਦਿੱਤਾ ਕਿ ਮੈਂ ਬਦਲ ਗਈ ਹਾਂ, ਮੈਂ ਇਹਨਾਂ ਫਕੀਰਾਂ ਦੇ ਨਾਲ ਰਲ ਗਈ ਹਾਂ, ਪਰ ਅਸਲੀਅਤ ਇਹ ਹੈ ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ, ਤੁਹਾਡੇ ਕਰਕੇ ਮੈਂ ਆਪਣਾ ਘਰ ਛੱਡਿਆ, ਮੈਂ ਤੁਹਾਡੇ ਨਾਲ ਗੁਨਾਹਾਂ ਦੇ ਵਿੱਚ ਭਾਗੀਦਾਰ ਬਣ ਗਈ, ਜੇ ਹੁਣ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਤੇ ਐਸੀ ਜ਼ਿੰਦਗੀ ਨੂੰ ਮੈਂ ਕਰਨਾ ਵੀ ਕੀ ਹੈ? ਕਹਿਣ ਲੱਗੇ ਏਦਾਂ ਨਾ ਕਰ, ਤੈਨੂੰ ਸੱਜਣ ਨੇ ਬੁਲਾਇਆ ਹੈ। ਉਹਨੂੰ ਲੈ ਕੇ ਗਏ ਜੀ ਬਾਬੇ ਨਾਨਕ ਦੇ ਕੋਲ, ਤੇ ਖੇਮੀ ਨੇ ਜਾਂਦਿਆਂ ਹੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਇਆ। ਐਸਾ ਸੀਸ ਝੁਕਿਆ ਖੇਮੀ ਦਾ, ਜਦੋਂ ਉੱਠੀ ਤੇ ਸਾਧ ਸੰਗਤ ਉਸ ਖੇਮੀ ਦਾ ਜੀਵਨ ਵੀ ਟੋਟਲੀ ਚੇਂਜ ਹੋ ਚੁੱਕਾ ਸੀ। ਹੁਣ ਸੱਜਣ ਜਿਹੜਾ ਹੈ ਨਾ, ਉਹ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਸਤਿਗੁਰੂ ਜੀ ਮੈਂ ਜੀਵਨ ਦੇ ਵਿੱਚ ਬੜੇ ਪਾਪ ਕਮਾਏ, ਕੀ ਕੀਤਾ ਹੈ ਮੈਂ ਸਭ ਕੁਝ ਤੁਹਾਨੂੰ ਦਿਖਾਵਾਂਗਾ। ਲੈ ਕੇ ਗਿਆ ਆਪਣੀ ਹਵੇਲੀ ਦੇ ਵਿੱਚ, ਉਸ ਜਗ੍ਹਾ ਤੇ ਲੈ ਕੇ ਗਿਆ ਜਿਸ ਜਗ੍ਹਾ ਤੇ, ਜਿਸ ਖੂਹ ਦੇ ਵਿੱਚ ਇਨਸਾਨਾਂ ਨੂੰ ਮਾਰਨ ਤੋਂ ਬਾਅਦ ਉੱਥੇ ਉਹਨਾਂ ਨੂੰ ਸੁੱਟ ਦਿੱਤਾ ਜਾਂਦਾ ਸੀ। ਤੇ ਸਤਿਗੁਰੂ ਜੀ ਨੇ ਉੱਥੇ ਫਿਰ ਸੱਜਣ ਨੂੰ ਕਿਹਾ, ਕਹਿਣ ਲੱਗੇ ਸੱਜਣਾ ਪਾਪ ਕਰ ਕਰਕੇ ਬੜੀ ਕਮਾਈ ਇਕੱਠੀ ਕੀਤੀ ਹੈ ਤੂੰ, ਤੇ ਚੰਗਾ ਹੋਵੇ ਹੁਣ ਉਸ ਕੀਤੀ ਹੋਈ ਕਮਾਈ ਨੂੰ, ਇਕੱਠੀ ਕੀਤੀ ਹੋਈ ਦੌਲਤ ਨੂੰ ਲੁਟਾ ਦੇ। ਤੇ ਸੱਜਣ ਨੇ ਅੱਗੋਂ ਪਤਾ ਕੀ ਕਿਹਾ, ਕਹਿਣ ਲੱਗਾ ਬਾਬਾ ਨਾਨਕ ਮੈਂ ਤੁਹਾਨੂੰ ਆਪਣੀ ਸਾਰੀ ਦੌਲਤ ਤੁਹਾਡੇ ਹਵਾਲੇ ਕਰਦਾ, ਤੁਸੀਂ ਲੁਟਾਓ ਜਿਵੇਂ ਚਾਹੋ। ਤੇ ਫਿਰ ਮਨ 'ਚ ਸੋਚਦਾ, ਕਹਿਣ ਲੱਗਾ ਸੱਜਣਾ ਪਾਪ ਮੈਂ ਕੀਤੇ, ਇਹ ਬਾਬੇ ਨਾਨਕ ਦੇ ਹੱਥ ਬੜੇ ਪਵਿੱਤਰ ਨੇ, ਪਾਕ ਨੇ, ਤੇ ਮੇਰੀ ਪਾਪਾਂ ਦੀ ਕਮਾਈ ਨੂੰ ਇਹ ਹੱਥ ਲਗਾਵੇ, ਚੰਗਾ ਨਹੀਂ ਲੱਗਦਾ। ਕਹਿਣ ਲੱਗਾ ਬਾਬਾ ਨਾਨਕ ਜਿਵੇਂ ਹੁਕਮ ਕਰੋ ਮੈਂ ਉਵੇਂ ਕਰਾਂਗਾ। ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਇਸ ਹਵੇਲੀ ਨੂੰ ਢਾ, ਇੱਥੇ ਧਰਮਸ਼ਾਲਾ ਬਣਾ, ਤੇ ਜਿਨ੍ਹਾਂ ਦਾ ਤੂੰ ਹੱਕ ਮਾਰਿਆ, ਜਿਨ੍ਹਾਂ ਨੂੰ ਲੁੱਟਿਆ, ਜਿਨ੍ਹਾਂ ਨੂੰ ਮਾਰਿਆ ਏ, ਜੇ ਉਹਨਾਂ ਦੀ ਕੋਈ, ਉਹਨਾਂ ਦੇ ਪਰਿਵਾਰਾਂ ਦੀ ਕੋਈ ਖਬਰ ਹੈ ਉਹਨਾਂ ਨੂੰ ਉਹਨਾਂ ਦੇ ਪੈਸੇ ਜ਼ਰੂਰ ਪਹੁੰਚਾਏ ਗਏ। ਸੱਜਣ ਨੇ ਹਵੇਲੀ ਢਾ ਕੇ ਉੱਥੇ ਧਰਮਸ਼ਾਲਾ ਬਣਾਈ, ਉੱਥੇ ਧਰਮ ਦਾ ਪ੍ਰਚਾਰ ਕਰਨ ਲੱਗਾ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਸਿੱਖ ਪੰਥ ਦਾ, ਆਪਣੇ ਪੰਥ ਦਾ ਪ੍ਰਚਾਰਕ ਥਾਪ ਕੇ ਉਸ ਤੁਲੰਬੇ ਦੇ ਵਿੱਚ ਨੀਅਤ ਕਰ ਦਿੱਤਾ। ਉਹ ਸੱਜਣ ਜਿਹੜਾ ਕਿਸੇ ਸਮੇਂ ਇਸ
ਤਾਕ ਦੇ ਵਿੱਚ ਹੁੰਦਾ ਸੀ ਕਿ ਕੋਈ ਮੇਰੇ ਕੋਲ ਆਵੇ ਮੈਂ ਉਹਨੂੰ ਲੁੱਟਾਂ। ਅੱਜ ਕੋਈ ਵੀ ਆਉਂਦਾ ਹੈ, ਮਨ ਦੇ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਮੇਰੇ ਇਸ ਗਰੀਬ ਖਾਨੇ ਦੇ ਵਿੱਚ ਆਣ ਕੇ ਠਹਿਰੇ ਤਾਂ ਕਿ ਮੈਂ ਉਹਦੀ ਸੇਵਾ ਕਰ ਸਕਾਂ। ਤੇ ਸਾਧ ਸੰਗਤ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਹੈ ਨਾ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਨਾਮ ਦਾ ਪਹਿਲਾ ਨੰਨਾ ਇਹ ਬਖਸ਼ਿਸ਼ ਕਰ ਰਿਹਾ ਕਿ ਤੁਸੀਂ ਬਖਸ਼ਿਸ਼ਾਂ ਕਰਨ ਵਾਲੇ ਹੋ, ਉਹਨਾਂ ਪਾਪੀਆਂ ਨੂੰ ਵੀ ਬਖਸ਼ਣ ਵਾਲੇ ਹੋ ਜਿਨ੍ਹਾਂ ਦੇ ਪਾਪਾਂ ਤੋਂ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ, ਜਿਨ੍ਹਾਂ ਦੇ ਜੀਵਨ ਦੇ ਵਿੱਚ ਚੇਂਜ ਆਉਣ ਵਾਲਾ ਕੋਈ ਨਹੀਂ ਸੀ, ਉਹਨਾਂ ਨੂੰ ਵੀ ਤੁਸੀਂ ਬਖਸ਼ਣ ਵਾਲੇ ਹੋ। ਤੇ ਸਾਧ ਸੰਗਤ ਜਿਹੜਾ ਵਿੱਚ ਕੰਨਾ ਹੈ ਨਾ, ਕੰਨਾ, ਉਸ ਕੰਨੇ ਦਾ ਮਤਲਬ ਹੈ ਇੱਕ। ਗੁਰੂ ਨਾਨਕ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਇੱਕ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ, ਆਪ ਜੁੜੇ ਨੇ, ਆਪ ਉਸ ਪ੍ਰਮਾਤਮਾ ਦਾ ਰੂਪ ਨੇ ਤੇ ਬਾਕੀਆਂ ਨੂੰ ਉਸ ਇੱਕ ਦੇ ਨਾਲ ਜੋੜਦੇ ਪਏ ਨੇ। ਸੱਜਣ ਨੂੰ ਜੋੜ ਦਿੱਤਾ ਹੈ, ਹੋਰਾਂ ਨੂੰ ਕਈਆਂ ਨੂੰ ਜੋੜਨਾ ਹੈ, ਕਈਆਂ ਦੇ ਉੱਤੇ ਬਖਸ਼ਿਸ਼ਾਂ ਕਰਕੇ ਸਤਿਗੁਰਾਂ ਨੇ ਸੱਚ ਦੇ ਨਾਲ ਜੋੜਨਾ ਹੈ। ਤੇ ਸਾਧ ਸੰਗਤ ਜਿਹੜੇ ਬਾਕੀ ਦੋ ਲੈਟਰ ਨੇ, ਅਗਲਾ ਨੰਨਾ ਤੇ ਕੱਕਾ, ਇਹਨਾਂ ਦੇ ਅਰਥ ਕੀ ਨੇ? ਭਾਈ ਨੰਦ ਲਾਲ ਜੀ ਇਹਨਾਂ ਦੋਨਾਂ ਅੱਖਰਾਂ ਦੇ ਅਰਥ ਕੀ ਕਰਦੇ ਪਏ ਨੇ, ਇਹ ਆਪਾਂ ਆਉਣ ਵਾਲੇ ਦੋਨਾਂ ਦੀਵਾਨਾਂ ਦੇ ਵਿੱਚ ਵਿਚਾਰਨਾ ਹੈ। ਆਸ ਹੈ ਕਿ ਕੱਲ ਦੇ ਦੀਵਾਨਾਂ ਦੇ ਵਿੱਚ ਵੀ ਸੇਮ ਸਮੇਂ ਤੇ ਆਪ ਹਾਜ਼ਰੀ ਭਰ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਦੂਜਾ ਨਾਮ ਦਾ ਨੰਨਾ ਹੈ ਨਾ, ਉਹਦੇ ਬਾਰੇ ਕੀ ਭਾਈ ਨੰਦ ਲਾਲ ਜੀ ਕਹਿੰਦੇ ਨੇ ਜ਼ਰੂਰ ਜਾਣਨ ਦੇ ਲਈ ਆਪ ਗੁਰੂ ਚਰਨਾਂ ਦੇ ਵਿੱਚ ਪਹੁੰਚੋਗੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ। ਸਤਿਗੁਰਾਂ ਦੇ ਜੀਵਨ ਸੰਬੰਧੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।